हाँ जी स्टूडेंट्स, हाजिर मैं ਤੁਹਾਡੇ ਸਾਹਮਣੇ ਕਮਰਸ ਵਾਲਾ ਦੀ ਨੈਕਸਟ ਵੀਡੀਓ ਲੈ ਕੇ। ਬੇਟਾ ਅੱਜ ਤੋਂ ਇਹ ਕਹਿ ਲਓ ਕਿ ਤੁਹਾਡਾ ਨਿਊਮੈਰੀਕਲ ਪੋਰਸ਼ਨ ਸਟਾਰਟ ਪਲੱਸ 1 ਦਾ ਨਿਊਮੈਰੀਕਲ ਪੋਰਸ਼ਨ ਸਟਾਰਟ ਹੈ। ਤੁਸੀਂ ਹਰੇਕ ਹੀ ਲੈਕਚਰ ਜਿਹੜਾ ਹੈ ਉਹ ਬੜੇ ਹੀ ਧਿਆਨ ਨਾਲ ਸੁਣਨਾ ਹੈ ਔਰ ਕੋਸ਼ਿਸ਼ ਕਰਨੀ ਹੈ ਜੋ ਵੀ ਨਿਊਮੈਰੀਕਲਸ ਇਹਦੇ ਵਿੱਚ ਕਰਾਏ ਜਾ ਰਹੇ ਹੈ ਉਹਨਾਂ ਨੂੰ ਬਿਲਕੁਲ ਡੀਪਲੀ ਉਹਨਾਂ ਨੂੰ ਸੁਣਨਾ ਹੈ। ਉਹਨਾਂ ਦੀ ਜਿਹੜੀ ਹੈ ਮੈਂ ਆਪਣੇ WhatsApp ਗਰੁੱਪ ਜੋ ਬਣੇ ਹੋਏ ਹੈ ਉਹਦੇ ਵਿੱਚ ਤੁਹਾਨੂੰ ਪਿਕ ਸੈਂਡ ਕਰਾਂਗਾ ਅਸਾਈਨਮੈਂਟ ਔਰ ਅਸਾਈਨਮੈਂਟ ਕਰਕੇ ਤੁਸੀਂ ਮੈਨੂੰ ਭੇਜਣੀ ਹੈ। ਹੁਣ ਸਟਾਰਟ ਕਰਨ ਜਾ ਰਹੇ ਹਾਂ। ਅੱਜ ਦਾ ਚੈਪਟਰ ਹੈ ਅਕਾਊਂਟਿੰਗ ਇਕੁਏਸ਼ਨ। ਚੈਪਟਰ ਕੀ ਹੈ? ਅਕਾਊਂਟਿੰਗ ਇਕੁਏਸ਼ਨ। ਬੱਚੇ ਅੱਜ ਦਾ ਚੈਪਟਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਪਿੱਛੇ ਲੈ ਕੇ ਜਾਣਾ। ਜਦੋਂ ਮੈਂ ਤੁਹਾਨੂੰ ਕਰਵਾਈਆਂ ਸੀ ਬੇਸਿਕ ਟਰਮਸ ਵਿੱਚੋਂ ਬੜੀਆਂ ਬੇਸਿਕ ਟਰਮਸ ਕਰਾਈਆਂ ਸੀ, ਪਰ ਵਿੱਚੋਂ ਮੈਂ 3 ਨੂੰ ਇੱਕ ਵਾਰੀ ਥੋੜਾ ਜਿਹਾ ਦੁਬਾਰਾ ਰਿਵਾਈਜ਼ ਕਰਦਾ। ਵੀ ਸਭ ਤੋਂ ਪਹਿਲਾਂ ਸੀ ਕੈਪੀਟਲ ਕੀ ਸੀ? ਕੈਪੀਟਲ ਵੇਖੋ, ਕੈਪੀਟਲ ਹੈ ਕੈਪੀਟਲ ਇਜ਼ ਐਨ ਅਮਾਉਂਟ ਇਨਵੈਸਟਡ ਬਾय द प्रोप्राइटर इन एन एंटरप्राइज। मतलब कैपिटल जो है वो एक एंटरप्राइज द्वारा, एक मालक द्वारा जो अमाउंट मतलब पैसे के रूप में पैसा जो बिजनेस ਦੇ ਵਿੱਚ ਲਗਾਇਆ ਜਾਂਦਾ ਹੈ ਉਹਨੂੰ ਕੈਪੀਟਲ ਕਹਿੰਦੇ ਆ ਜਾਂ ਪੂੰਜੀ ਕਹਿੰਦੇ ਆ। ਕਲੀਅਰ? ਉਹਨੂੰ ਕੈਪੀਟਲ ਕਹਿੰਦੇ ਆ ਜਾਂ ਪੂੰਜੀ ਕਹਿੰਦੇ ਆ। ਤੇ ਨੰਬਰ 2 ਤੇ ਸੀ ਲਾਇਬਿਲਿਟੀਜ਼ ਕੀ ਸੀ? ਲਾਇਬਿਲਿਟੀ ਸੀ ਦਾ ਅਮਾਉਂਟ ਪੇਬਲ ਬਾय ਦਾ ਬਿਜ਼ਨਸ। ਜਿਹੜੀ ਅਮਾਉਂਟ ਇੱਕ ਵਪਾਰ ਨੇ ਲੋਕਾਂ ਨੂੰ ਦੇਣੀ ਹੈ, ਠੀਕ ਹੈ ਨਾ, ਮਤਲਬ ਉਹਦੀ ਜ਼ਿੰਮੇਵਾਰੀ ਬਣ ਗਈ ਤਾਂ ਉਸ ਨੂੰ ਕੀ ਕਹਿੰਦੇ ਸੀ? ਲਾਇਬਿਲਿਟੀਜ਼ ਜਾਂ ਜ਼ਿੰਮੇਵਾਰੀ। ਜੋ ਅਮਾਉਂਟ ਇੱਕ ਵਪਾਰ ਦੂਜਿਆਂ ਨੂੰ ਦੇਣ ਯੋਗ ਹੈ, ਮਤਲਬ ਇੱਕ ਅਮਾਉਂਟ ਜੋ ਵਪਾਰ ਨੇ ਦੂਜਿਆਂ ਨੂੰ ਦੇਣੀ ਹੈ ਉਸ ਨੂੰ ਕੀ ਕਹਿੰਦੇ ਸੀ? ਲਾਇਬਿਲਿਟੀ। ਥੋੜਾ ਕਰਾਣਾ ਕਿਉਂਕਿ ਇਹਨੂੰ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਬੇਸਿਕ ਟਰਮਸ ਵਿੱਚ ਕਰਵਾਇਆ ਹੋਇਆ ਹੈ। ਔਰ ਜਿਹੜੇ ਸਟੂਡੈਂਟਸ ਨੇ ਨਹੀਂ ਸੁਣਿਆ, ਅੱਜ ਇਹਦਾ ਲਿੰਕ ਜਿਹੜਾ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਪਾ ਦਿੱਤਾ ਜਾਏਗਾ ਬੇਸਿਕ ਟਰਮਸ ਵਾਲੇ ਦਾ ਵੀ, ਉਹ ਵੀ ਸੁਣ ਲਿਆ। ਨੈਕਸਟ ਸੀ ਐਸੈਟਸ। ਐਸੈਟਸ ਕਿਹੜੇ ਸੀ? ਐਸੈਟਸ ਆਰ ਦਾ ਪ੍ਰਾਪਰਟੀਜ਼ ਓਨ ਬਾय ਦਾ ਬਿਜ਼ਨਸ। ਮਤਲਬ ਐਸੀਆਂ ਸੰਪਤੀਆਂ ਸੀ ਜਿਹੜੀਆਂ ਬਿਜ਼ਨਸ ਦੇ ਕੋਲ ਹੁੰਦੀਆਂ, ਜਿਹੜੀਆਂ ਬਿਜ਼ਨਸ ਖਰੀਦਦਾ ਹੈ, ਜਿਹੜੀਆਂ ਬਿਜ਼ਨਸ ਵਰਤਦਾ ਹੈ, ਉਹਨਾਂ ਨੂੰ ਕੀ ਕਹਿੰਦੇ ਸੀ? ਐਸੈਟਸ। ਉਹਨਾਂ ਨੂੰ ਕੀ ਕਹਿੰਦੇ ਸੀ? ਐਸੈਟਸ। ਆਪਾਂ ਬਹੁਤ ਡਿਟੇਲ ਵਿੱਚ ਕੀਤਾ ਸੀ। ਐਸੈਟਸ ਤੋਂ ਆਮਦਨ ਵੀ ਹੁੰਦੀ ਰਹਿੰਦੀ ਹੈ, ਹਨਾ। ਐਸੈਟਸ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਸਾਨੂੰ ਆਮਦਨ ਹੁੰਦੀ ਰਹਿੰਦੀ ਹੈ। ਪਰ ਹੁਣ ਇੱਕ ਵਾਰੀ ਫਿਲਹਾਲ ਤੁਸੀਂ ਇੰਨਾ ਹੀ ਸਮਝੋ, ਐਸੈਟਸ ਜਿਹੜੀਆਂ ਨੇ ਉਹ ਪ੍ਰਾਪਰਟੀਜ਼ ਹੁੰਦੀਆਂ ਨੇ ਜਿਹੜੀਆਂ ਬਿਜ਼ਨਸ ਦੇ ਵਿੱਚ ਕੋਲ ਹੁੰਦੀਆਂ ਨੇ। ਲਾਇਬਿਲਿਟੀਜ਼ ਐਸੀ ਅਮਾਉਂਟ ਹੁੰਦੀ ਹੈ ਜਿਹੜੀ ਬਿਜ਼ਨਸ ਨੇ ਬਾਹਰਲੇ ਲੋਕਾਂ ਨੂੰ ਦੇਣੀ ਹੈ। ਤੇ ਕੈਪੀਟਲ ਇੱਕ ਪੂੰਜੀ ਹੁੰਦੀ ਹੈ, ਮਤਲਬ ਅਮਾਉਂਟ ਹੁੰਦੀ ਹੈ ਜਿਹੜਾ ਕਿ ਇੱਕ ਮਾਲਕ ਬਿਜ਼ਨਸ ਦੇ ਵਿੱਚ ਲਗਾਉਂਦਾ। ਠੀਕ ਹੈ? ਹੁਣ ਆਪਾਂ ਇਹਨੂੰ ਅਕਾਊਂਟਿੰਗ ਇਕੁਏਸ਼ਨ ਨੂੰ ਕਰਨ ਤੋਂ ਪਹਿਲਾਂ ਤੁਹਾਨੂੰ ਨਿੱਕਾ ਜਿਹਾ ਇੱਕ ਫਾਰਮੈਟ ਹੈ ਬੈਲੈਂਸ ਸ਼ੀਟ। ਤੁਹਾਡੇ ਵਾਸਤੇ ਨਵੀਂ ਹੈ ਬੈਲੈਂਸ ਸ਼ੀਟ। ਵੀ ਬੈਲੈਂਸ ਸ਼ੀਟ ਕੀ ਹੁੰਦੀ ਹੈ? ਮੈਂ ਤੁਹਾਨੂੰ ਬੜੇ ਲੈਕਚਰਸ ਵਿੱਚ ਇਹ ਗੱਲ ਕਹੀ ਵੀ ਬੇਟਾ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਨਾ, ਉਹ ਇਸ ਬੈਲੈਂਸ ਸ਼ੀਟ ਤੋਂ ਪਤਾ ਲੱਗਦੀ ਹੈ। ਬੈਲੈਂਸ ਸ਼ੀਟ ਦਾ ਮਤਲਬ ਫਾਈਨੈਂਸ਼ੀਅਲ ਪੋਜੀਸ਼ਨ ਦਾ ਮਤਲਬ ਸੀ ਵੀ ਬਿਜ਼ਨਸ ਹੈ ਜਿਹੜਾ ਉਹਦੇ ਕੋਲ ਐਸੈਟਸ ਕਿੰਨੇ ਨੇ, ਮਤਲਬ ਉਹਦੇ ਕੋਲ ਸੰਪਤੀਆਂ ਕਿੰਨੀਆਂ ਨੇ ਤੇ ਉਹਨੇ ਲੋਕਾਂ ਦਾ ਦੇਣਾ ਕਿੰਨਾ ਕੁਛ ਹੈ, ਹਨਾ। ਇਹਦੇ ਵਿੱਚ ਇਹ ਜਾਣਕਾਰੀ ਹੁੰਦੀ ਹੈ। ਮਤਲਬ ਇੱਕ ਪਾਸੇ ਐਸੈਟਸ ਹੁੰਦੇ ਨੇ ਤੇ ਦੂਜੇ ਪਾਸੇ ਲਾਇਬਿਲਿਟੀਜ਼ ਹੁੰਦੀਆਂ ਨੇ। ਮਤਲਬ ਬਿਜ਼ਨਸ ਕੋਲ ਐਸੈਟਸ ਇੰਨੇ ਨੇ, ਸੰਪਤੀਆਂ ਇੰਨੀਆਂ ਨੇ। ਬਿਜ਼ਨਸ ਨੇ ਮੰਨ ਲਓ ਬਿਜ਼ਨਸ ਕੋਲ ਐਸੈਟਸ 2 ਲੱਖ ਦੇ ਨੇ ਤੇ ਬਿਜ਼ਨਸ ਕੋਲ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ 1 ਲੱਖ ਰੁਪਏ ਦੀਆਂ ਨੇ। ਇਹਦਾ ਮਤਲਬ ਕੀ ਹੈ? ਬਿਜ਼ਨਸ ਸਾਡਾ ਸਾਊਂਡ ਹੈ। ਇਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਵੀ ਬਿਜ਼ਨਸ ਸਾਡਾ ਸਾਊਂਡ ਹੈ, ਬਿਜ਼ਨਸ ਸਹੀ ਪੋਜੀਸ਼ਨ ਦੇ ਵਿੱਚ ਹੈ। ਤੇ ਜੇ ਮੰਨ ਲਓ ਬਿਜ਼ਨਸ ਦੇ ਕੋਲ ਐਸੈਟਸ ਤਾਂ ਰਹਿ ਜਾਣ 50,000 ਰੁਪਏ ਦੇ ਦੇਣਦਾਰੀਆਂ ਜਾਂ ਲਾਇਬਿਲਿਟੀਜ਼ ਉਹਦੀਆਂ 2 ਲੱਖ ਦੀਆਂ ਨੇ, ਤੇ ਇਹਦਾ ਮਤਲਬ ਬਿਜ਼ਨਸ ਸਾਡਾ ਫੇਲ ਹੋ ਚੁੱਕਿਆ। ਇਹ ਕੀ ਸੀ? ਇਹ ਬਿਜ਼ਨਸ ਦੀ ਫਾਈਨੈਂਸ਼ੀਅਲ ਪੋਜੀਸ਼ਨ ਜਾਣਨ ਵਾਸਤੇ ਬੈਲੈਂਸ ਸ਼ੀਟ ਬਣਾਈ ਜਾਂਦੀ ਹੈ। ਹੁਣ ਬੈਲੈਂਸ ਸ਼ੀਟ ਤੇ ਅਕਾਊਂਟਿੰਗ ਇਕੁਏਸ਼ਨ ਦਾ ਆਪਸ ਵਿੱਚ ਬੜਾ ਹੀ ਡੂੰਘਾ ਰਿਲੇਸ਼ਨ ਹੈ। ਤਾਂ ਕਰਕੇ ਮੈਂ ਤੁਹਾਨੂੰ ਥੋੜਾ ਜਿਹਾ ਇੱਕ ਵਾਰੀ ਬੈਲੈਂਸ ਸ਼ੀਟ ਬਾਰੇ ਸਮਝਾਉਣ ਜਾ ਰਿਹਾ। ਦੇਖੋ ਧਿਆਨ ਦਿਓ, ਦੇਖੋ ਨਾ ਬੇਟਾ ਵੀ ਆਹ ਕੈਪੀਟਲ ਹੈ 1 ਲੱਖ ਰੁਪਇਆ ਮਾਲਕ ਨੇ 1 ਲੱਖ ਰੁਪਇਆ ਮਾਲਕ ਨੇ ਬਿਜ਼ਨਸ ਦੇ ਵਿੱਚ ਲਗਾ ਦਿੱਤਾ। ਠੀਕ ਹੈ? ਨਾਲ ਉਹਨੇ ਲੋਨ ਲਿਆ, ਬੈਂਕ ਕੋਲੋਂ ਲਿਆ, ਸੁਨੀਲ ਕੋਲੋਂ ਲਿਆ, 2 ਲੋਨ ਲਏ 50,000 ਰੁਪਏ ਦੇ। ਇਹ ਵੀ ਲਾਇਬਿਲਿਟੀ ਬਣ ਗਈ, ਜ਼ਿੰਮੇਵਾਰੀ ਬਣ ਗਈ, ਬਿਜ਼ਨਸ ਦੀ ਲਾਇਬਿਲਿਟੀ ਬਣ ਗਈ ਨਾ। कैपिटल भी बिजनेस की एक लायबिलिटी है। मैं तुम्हें पहले दस्या है कि कैपिटल भी बिजनेस की लायबिलिटी है। क्यों? क्योंकि बिजनेस जो है व्यापार अलग होता है ते प्रोप्राइटर जो है वो अलग है। आप हमेशा व्यापार के वाल खड़े होकर सोचना है, क्योंकि मालक जो पैसा बिजनेस के विच लगाएगा, मान लो मालक ने लाख रुपया बिजनेस के विच लगा दिता ते ये लाख रुपया की है? कैपिटल। ते कैपिटल भी
कैपिटल बिजनेस मालिक ਨੂੰ ਵਾਪਸ ਕਰਨੀ ਪੈਣੀ ਹੈ, ਅਲਟੀਮੇਟ ਵਾਪਸ ਕਰਨੀ ਪੈਣੀ ਹੈ। ਇਸ ਲਈ ਕੈਪੀਟਲ ਵੀ ਬਿਜ਼ਨਸ ਵਾਸਤੇ ਲਾਇਬਿਲਿਟੀ ਹੁੰਦੀ ਹੈ। ਹੁਣ ਕੈਪੀਟਲ 1 ਲੱਖ ਰੁਪਇਆ ਹੈ, ਠੀਕ ਹੈ, ਕੈਪੀਟਲ 1 ਲੱਖ ਰੁਪਇਆ ਹੈ, ਦੋ ਨੇ ਲੋਨ ਲੈ ਹੈ ਤੇ ਇੱਕ ਕ੍ਰੈਡੀਟਰ ਵੀ ਹੁੰਦੇ ਆ ਸਾਡੇ। ਕ੍ਰੈਡੀਟਰ ਕੌਣ ਹੁੰਦੇ ਆ? ਲੈਣਦਾਰ। ਕ੍ਰੈਡੀਟਰ ਕੌਣ? ਲੈਣਦਾਰ। ਜਿਨ੍ਹਾਂ ਨੇ ਪੈਸਾ ਲੈਣਾ ਹੈ, ਇਹਦਾ ਮਤਲਬ ਉਹ ਸਾਡੀ ਲਾਇਬਿਲਿਟੀ ਬਣ ਗਈ, ਅਸੀਂ ਉਹਨਾਂ ਨੂੰ ਦੇਣਾ ਹੈ, ਉਹ ਵੀ ਕੀ ਹੈ? ਸਾਡੀ ਲਾਇਬਿਲਿਟੀ। ਇਹ ਤੁਹਾਨੂੰ ਮੈਂ ਬੇਸਿਕ ਟਰਮਸ ਦੇ ਵਿੱਚ ਕਲੀਅਰ ਕਰਾ ਚੁੱਕਿਆ। ਹੁਣ ਧਿਆਨ ਨਾਲ ਸੋਚੋ ਵੀ ਮੰਨ ਲਓ ਮਾਲਕ ਨੇ ਕੋਈ ਵੀ ਚੀਜ਼ ਖਰੀਦਣੀ ਹੈ, ਲੈਂਡ ਖਰੀਦਣੀ ਹੈ, ਜਾਂ ਲੈਂਡ ਖਰੀਦਣੀ ਹੈ ਤਾਂ ਕਿੱਥੋਂ ਖਰੀਦੇਗਾ? ਜਾਂ ਤਾਂ ਉਹ ਖਰੀਦੇਗਾ ਕੈਪੀਟਲ ਦੇ ਵਿੱਚੋਂ ਲੈਂਡ ਖਰੀਦੇਗਾ, ਪੈਸੇ ਦੇ ਵਿੱਚੋਂ ਹੀ ਲੈਂਡ ਖਰੀਦੇਗਾ ਨਾ, ਤੇ ਜਾਂ ਫਿਰ ਉਹ ਮਤਲਬ ਕਹਿੰਦਾ ਉਧਾਰ ਜੋ ਪੈਸਾ ਲਿਆ ਇਹਦੇ ਵਿੱਚੋਂ ਖਰੀਦੇਗਾ। ਦੋ ਹੀ ਗੱਲਾਂ ਨੇ, ਜਾਂ ਤਾਂ ਉਹ ਕੈਪੀਟਲ ਆਪਣੀ ਪੂੰਜੀ ਵਿੱਚੋਂ ਲੈਂਡ ਖਰੀਦ ਲੇਗਾ, ਜਾਂ ਉਹਨੇ ਜੋ ਉਧਾਰ ਲਿਆ ਉਹਦੇ ਵਿੱਚੋਂ ਖਰੀਦ ਲੇਗਾ। ਇਸੇ ਤਰ੍ਹਾਂ ਹੀ ਜੇ ਮੰਨ ਲਓ ਉਹਨੇ ਕੋਈ ਸਟਾਕ ਖਰੀਦਣਾ ਹੈ ਜਾਂ ਬਿਲਡਿੰਗ ਖਰੀਦਣੀ ਹੈ, ਕੋਈ ਵੀ ਚੀਜ਼ ਖਰੀਦਣੀ ਹੈ, ਉਹ ਜਾਂ ਤਾਂ ਇਹਦੇ ਵਿੱਚੋਂ ਖਰੀਦੇਗਾ ਤੇ ਜਾਂ ਇਹਦੇ ਵਿੱਚੋਂ ਖਰੀਦੇਗਾ। ਇਹਦਾ ਮਤਲਬ ਇਹ ਹੈ ਵੀ ਆਹ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਲਾਇਬਿਲਿਟੀਜ਼ ਨੇ। ਹੁਣ 1 ਲੱਖ ਰੁਪਏ ਦੀ ਮੰਨ ਲਓ ਆਪਾਂ ਫਾਰ ਐਗਜ਼ਾਮਪਲ ਲੈਂਦੇ ਆ ਵੀ 1 ਲੱਖ ਰੁਪਏ ਦੀ ਉਹਨੇ ਪੂੰਜੀ ਲਾਈ, ਉਹਨੇ 1 ਲੱਖ ਰੁਪਏ ਦੇ ਵਿੱਚੋਂ ਲੈਂਡ ਖਰੀਦ ਲਈ, ਕਿੰਨੇ ਦੀ? 50,000 ਰੁਪਏ ਦੀ, ਠੀਕ ਹੈ ਨਾ। ਕੈਸ਼ ਉਹਨੇ ਆਦੇ ਕੋਲ ਰੱਖ ਲਿਆ 50,000 ਰੁਪਏ, ਆਪਦੇ ਕੋਲ ਕਿੰਨਾ ਰੱਖ ਲਿਆ? 50,000 ਰੁਪਏ, ਠੀਕ ਹੈ। ਹੁਣ ਉਹਨੂੰ ਲੋੜ ਪੈ ਗਈ ਬਿਲਡਿੰਗ ਦੀ, ਬਿਲਡਿੰਗ ਪਾਣੀ ਸੀ, ਉਹਨੇ ਬਿਲਡਿੰਗ ਪਾਣੀ ਸੀ ਤੇ ਉਹਨੂੰ ਜਦੋਂ ਲੋੜ ਪਈ ਪੈਸੇ ਦੀ, ਉਹਨੇ ਆਪਦਾ 50,000 ਨਹੀਂ ਵਰਤਿਆ, ਉਹਨੇ ਕੀ ਕੀਤਾ? ਲੋਨ ਲੈ ਲਿਆ ਬੈਂਕ ਤੋਂ ਵੀ ਤੇ ਸੁਨੀਲ ਕੋਲੋਂ 50,000 ਰੁਪਏ, ਇਹਦੀ ਉਹਨੇ ਕੀ ਕਰ ਲਈ? ਬਿਲਡਿੰਗ ਪਾ ਲਈ। ਇਹਦੀ ਉਹਨੇ ਕੀ ਕਰਤੀ? ਬਿਲਡਿੰਗ ਪਾ ਦਿੱਤੀ। ਫਿਰ ਕੀ ਸੀ? ਉਹਨੇ ਸਟਾਕ, ਹੁਣ ਸਟਾਕ ਸੀ, ਮੰਨ ਲਓ ਉਹਨੇ ਸਟਾਕ ਉਧਾਰ ਖਰੀਦ ਲਿਆ, ਮੰਨ ਲਓ ਉਹਨੇ ਸਟਾਕ ਨੂੰ ਉਧਾਰ ਖਰੀਦਿਆ। ਜਦੋਂ ਉਧਾਰ ਖਰੀਦਿਆ ਤਾਂ ਉਹਦੇ ਕੋਲ ਪੈਸੇ ਲੈਣੇ ਨੇ, ਜਿਹੜੇ ਬੰਦੇ ਕੋਲ ਉਧਾਰ ਖਰੀਦਿਆ ਤਾਂ ਉਹਨੇ ਪੈਸੇ ਲੈਣੇ ਨੇ ਨਾ ਉਹਦੇ ਕੋਲੋਂ, ਤਾਂ ਕੀ ਬਣ ਗਿਆ? ਉਹ ਕੀ ਬਣ ਗਿਆ? ਬਿਜ਼ਨਸ ਦਾ ਲੈਣਦਾਰ। ਬਿਜ਼ਨਸ ਦਾ ਕੀ ਬਣ ਗਿਆ? ਲੈਣਦਾਰ। ਤੇ ਸਟਾਕ ਕੀ ਹੋ ਗਿਆ? ਸਾਡਾ ਐਸੈਟ। ਇਹਦਾ ਮਤਲਬ ਇਹ ਹੋ ਗਿਆ ਬੱਚੇ ਵੀ ਆਹ ਵਾਲੀਆਂ ਚੀਜ਼ਾਂ ਜਿਹੜੀਆਂ ਲਾਇਬਿਲਿਟੀਜ਼ ਨੂੰ ਹੀ ਵਰਤਿਆ ਜਾਂਦਾ ਹੈ ਐਸੈਟਸ ਅਕਵਾਇਰ ਕਰਨ ਵਾਸਤੇ, ਲਾਇਬਿਲਿਟੀਜ਼ ਨੂੰ ਹੀ ਵਰਤਿਆ ਜਾਂਦਾ ਹੈ ਐਸੈਟਸ ਨੂੰ ਬਿਜ਼ਨਸ ਦੇ ਵਿੱਚ ਲੈਣ ਵਾਸਤੇ, ਠੀਕ ਹੈ ਨਾ। ਲਾਇਬਿਲਿਟੀ ਚਾਹੇ ਕੈਪੀਟਲ ਹੋਵੇ, ਚਾਹੇ ਕੈਪੀਟਲ ਨੂੰ ਵਰਤ ਕੇ ਬਿਜ਼ਨਸ ਦੇ ਐਸੈਟਸ ਲੈ ਲਵੇ, ਚਾਹੇ ਉਹ ਉਧਾਰ ਲੈ ਕੇ ਬਿਜ਼ਨਸ ਦੇ ਐਸੈਟਸ ਲੈ ਲਵੇ, ਹੈ। ਜਦੋਂ ਇਹਨਾਂ ਚੀਜ਼ਾਂ ਨੂੰ ਲੈਣ ਵਾਸਤੇ ਵਰਤਿਆ ਜਾਂਦਾ ਹੈ ਤਾਂ ਇਹਦਾ ਮਤਲਬ ਐਸੈਟਸ ਦੇ ਜਿਹੜੇ ਉਹ ਕੈਪੀਟਲ ਦੇ ਤੇ ਲਾਇਬਿਲਿਟੀਜ਼ ਦੇ ਬਰਾਬਰ ਹੀ ਹੋਣਗੇ, ਠੀਕ ਹੈ ਨਾ। ਇੱਥੋਂ ਇੱਕ ਇਕੁਏਸ਼ਨ ਬਣ ਜਾਂਦੀ ਹੈ ਬੱਚੇ, ਐਸੈਟਸ ਇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀਜ਼। ਮਤਲਬ ਆਹ ਵਾਲੇ ਐਸੈਟਸ ਸਾਰੇ ਇਹਨੇ ਬਣਾਏ ਕਿੱਥੋਂ? ਜਾਂ ਤਾਂ ਕੈਪੀਟਲ ਚੋਂ ਬਣਾਏ ਜਾਂ ਲੋਕਾਂ ਕੋਲੋਂ ਉਧਾਰ ਲੈ ਕੇ ਬਣਾਏ। ਮਤਲਬ ਲਾਇਬਿਲਿਟੀਜ਼ ਉਹਦੀਆਂ ਵੱਧ ਗਈਆਂ ਤੇ ਐਸੈਟਸ ਉਹਦੇ ਬਣ ਗਏ, ਠੀਕ ਹੈ ਨਾ। ਇਹਦਾ ਮਤਲਬ ਕੀ ਹੈ? ਐਸੈਟਸ ਇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀਜ਼। ਹੁਣ ਵੇਖੋ ਨਾ, ਧਿਆਨ ਦਿਓ, ਆਹ 50,000 50,000 50,000 ਤੇ 50,000 ਟੋਟਲ ਕਿੰਨਾ ਆ ਗਿਆ? 2 ਲੱਖ ਰੁਪਏ। ਤੇ ਆ ਵੀ ਕਿੰਨਾ ਬਣ ਗਿਆ? 2 ਲੱਖ ਰੁਪਏ। ਹੁਣ ਦੇਖੋ ਨਾ, ਆ ਐਸੈਟਸ ਕਿੰਨੇ ਨੇ? 2 ਲੱਖ is equal to capital ਕਿੰਨੀ ਹੈ? 1 ਲੱਖ ਪਲੱਸ ਲਾਇਬਿਲਿਟੀਜ਼ ਕਿੰਨੀਆਂ ਨੇ? ਆ ਦੋਵੇਂ ਲਾਇਬਿਲਿਟੀਜ਼ ਨੇ 1 ਲੱਖ। ਮਤਲਬ ਕਹਿੰਦਾ ਇਹ 2 ਲੱਖ ਰੁਪਏ ਦੇ ਐਸੈਟਸ ਜਾਂ ਤਾਂ ਕੈਪੀਟਲ ਚੋਂ ਬਣੇ ਜਾਂ ਲਾਇਬਿਲਿਟੀਜ਼ ਚੋਂ ਬਣੇ। ਕਲੀਅਰ ਹੈ? ਐਸੈਟਸ ਇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀਜ਼। ਮਤਲਬ ਕਹਿੰਦਾ ਇਹ ਸਾਰੇ ਦੇ ਸਾਰੇ ਐਸੈਟਸ ਜਾਂ ਇਹਦੇ ਵਿੱਚੋਂ ਬਣੇ ਜਾਂ ਇਹਦੇ ਵਿੱਚੋਂ ਬਣੇ ਤਾਂ ਫਿਰ ਇਹ ਦੋਵੇਂ ਚੀਜ਼ਾਂ ਬਰਾਬਰ ਹੀ ਹੋਣਗੀਆਂ ਨਾ। ਇਸ ਕਰਕੇ ਬੈਲੈਂਸ ਸ਼ੀਟ ਵੀ ਸਾਡੀ ਹਮੇਸ਼ਾ ਬਰਾਬਰ ਹੁੰਦੀ ਹੈ, ਕਿਉਂਕਿ ਇਹ ਇਕੁਏਸ਼ਨ ਦੇ ਆਧਾਰ ਤੇ ਹੀ ਬੈਲੈਂਸ ਸ਼ੀਟ ਹਮੇਸ਼ਾ ਚੱਲਦੀ ਹੈ, ਠੀਕ ਹੈ। ਹੁਣ ਇੱਕ ਵਾਰੀ ਤੁਸੀਂ ਤੁਹਾਨੂੰ ਇਕੁਏਸ਼ਨ ਦੇ ਇੱਕ ਕੁਐਸਚਨ ਕਰਾਵਾਂਗਾ, ਪਰ ਥੋੜੇ ਜਿਹਾ ਇੱਕ ਵਾਰੀ ਆ 3 ਰੂਲ ਲਿਖ ਲਓ। 3 ਰੂਲ ਤੁਸੀਂ ਆਪਣੀਆਂ ਕਾਪੀਆਂ ਤੇ ਲਿਖ ਲਓ। ਨੰਬਰ 1, ਇਹ ਵੇਖੋ, ਐਵਰੀ ਟ੍ਰਾਂਜੈਕਸ਼ਨ ਹੈਜ਼ 2 ਆਸਪੈਕਟਸ। ਹਰੇਕ ਟ੍ਰਾਂਜੈਕਸ਼ਨ ਦੇ 2 ਆਸਪੈਕਟ ਹੁੰਦੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆਇਆ, ਜੇ ਮੰਨ ਲਓ ਕੋਈ ਚੀਜ਼ ਤੁਸੀਂ ਮਸ਼ੀਨਰੀ ਖਰੀਦੀ ਹੈ, ਮਸ਼ੀਨ ਖਰੀਦ ਰਹੀ ਹੋ, ਕੈਸ਼ ਖਰੀਦ ਰਹੇ ਹੋ, ਤਾਂ ਮਸ਼ੀਨ ਸਾਡੇ ਕੋਲ ਆ ਰਹੀ ਹੈ, ਕੈਸ਼ ਸਾਡੇ ਕੋਲ ਜਾ ਰਿਹਾ ਹੈ, 2 ਆਸਪੈਕਟ ਹੋ ਗਏ, ਠੀਕ ਹੈ ਨਾ।
ਇਹਨਾਂ ਦੋ ਐਸਪੈਕਟਸ ਨੂੰ ਕਹਿੰਦੇ ਕੀ ਹੈ, ਡੈਬਿਟ ਤੇ ਕ੍ਰੈਡਿਟ। ਡੈਬਿਟ ਤੇ ਕ੍ਰੈਡਿਟ ਤੋਂ ਬਾਅਦ ਵਿੱਚ ਜਦੋਂ ਆਪਾਂ ਜਨਰਲ ਵਾਲਾ ਚੈਪਟਰ ਕਰਾਂਗੇ ਜ਼ਿਆਦਾ ਕਲੀਅਰ ਹੋ ਜਾਏਗਾ, ਠੀਕ ਹੈ ਨਾ। ਹਰੇਕ ਟ੍ਰਾਂਜੈਕਸ਼ਨ ਦੇ ਦੋ ਐਸਪੈਕਟਸ ਹੁੰਦੇ ਹਨ। ਦੂਜਾ ਐਵਰੀ ਐਕਸਪੈਂਸ ਰਿਡਿਊਸ ਕੈਪੀਟਲ ਐਂਡ ਐਵਰੀ ਰੈਵਨਿਊ ਜਾਂ ਪ੍ਰੋਫਿਟ ਇਨਕਰੀਜ਼ ਕੈਪੀਟਲ। ਦਿਮਾਗ 'ਚ ਰੱਖੋ ਵੀ ਹਰੇਕ ਹੀ ਜਿਹੜਾ ਵੀ ਕੋਈ ਖਰਚਾ ਹੋਵੇਗਾ ਉਹ ਕੈਪੀਟਲ ਨੂੰ ਘਟਾਏਗਾ। ਹੁਣ ਕੈਪੀਟਲ ਨੂੰ ਕੀ ਕਰੇਗਾ, ਘਟਾ ਦੇਗਾ। ਤੇ ਜੇ ਕੋਈ ਪ੍ਰੋਫਿਟ ਹੋਇਆ ਤਾਂ ਉਹ ਕੈਪੀਟਲ ਦੇ ਵਿੱਚ ਐਡ ਹੋ ਜਾਏਗਾ। ਮੰਨ ਲਓ ਕਿ ਪ੍ਰੋਫਿਟ ਹੋਇਆ ਬਿਜ਼ਨਸ ਨੂੰ ਮੰਨ ਲਓ ਪ੍ਰੋਫਿਟ ਜੀ, ਵਸਤੂਆਂ ਵੇਚੀਆਂ 2000 ਦੀਆਂ ਵਸਤੂਆਂ ਸੀ, ਉਹ 4000 ਦੀਆਂ ਵੇਚਤੀਆਂ, ਤਾਂ ਉਹ 2000 ਰੁਪਏ ਜਿਹੜਾ ਆਇਆ ਮਾਲਕ ਨੇ ਆਪਣੀ ਜੇਬ ਵਿੱਚ ਪਾ ਕੇ ਨਹੀਂ ਲੈ ਕੇ ਜਾਣਾ, ਉਹ ਮਾਲਕ ਉਨੀ ਕੈਪੀਟਲ ਵੱਧ ਜਾਏਗੀ। ਮਤਲਬ ਉਹ ਉਹਨਾਂ ਬਿਜ਼ਨਸ ਦੇ ਵਿੱਚ ਉਹ ਪੈਸਾ ਲੱਗ ਜਾਂਦਾ ਹੈ, ਉਹ ਉਹਨਾਂ ਹੀ ਪੈਸਾ ਉਹ ਬਿਜ਼ਨਸ ਦੇ ਵਿੱਚ ਲੱਗ ਜਾਂਦਾ ਹੈ। ਜੇ ਉਹ ਪੈਸਾ ਮਾਲਕ ਜੇਬ ਵਿੱਚ ਪਾ ਕੇ ਲੈ ਕੇ ਜਾਂਦਾ ਹੈ ਘਰ ਦੇ ਯੂਜ਼ ਵਾਸਤੇ, ਉਹ ਡਰਾਇੰਗਸ ਹੁੰਦੀਆਂ, ਉਹ ਕੀ ਹੁੰਦੀਆਂ, ਡਰਾਇੰਗਸ ਹੁੰਦੀਆਂ। ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਜੇ ਮਾਲਕ ਕੋਈ ਵੀ ਪੈਸਾ ਬਿਜ਼ਨਸ ਦੇ ਵਿੱਚੋਂ ਪਰਸਨਲ ਯੂਜ਼ ਵਾਸਤੇ ਕਢਾਉਂਦਾ ਹੈ ਤਾਂ ਡਰਾਇੰਗਸ ਦੇ ਤੌਰ ਤੇ ਲੈ ਕੇ ਜਾਂਦਾ ਹੈ। ਡਾਇਰੈਕਟ ਪ੍ਰੋਫਿਟ ਆਇਆ ਤੇ ਇਹ ਨਹੀਂ ਹੋਇਆ ਡਾਇਰੈਕਟ ਪ੍ਰੋਫਿਟ ਆਏਗਾ ਮਾਲਕ ਜੇਬ 'ਚ ਪਾਏਗਾ ਤੇ ਲੈ ਜਾਏਗਾ, ਐਵੇਂ ਕਦੇ ਵੀ ਨਹੀਂ ਹੁੰਦਾ। ਐਵੇਂ ਅਕਾਊਂਟਸ ਦੇ ਵਿੱਚ ਕਦੇ ਵੀ ਨਹੀਂ ਹੁੰਦਾ। ਬਿਜ਼ਨਸ ਦੇ ਵਿੱਚ ਬਿਜ਼ਨਸ ਨੂੰ ਜੇ ਕੁਝ ਆ ਰਿਹਾ ਤਾਂ ਕੈਪੀਟਲ ਉਹ ਵਾਲੀ ਜਿਹੜੀ ਆ ਉਹਦੀ ਇਨਕਰੀਜ਼ ਹੋ ਰਹੀ ਹੈ। ਜੇ ਬਿਜ਼ਨਸ ਵਿੱਚੋਂ ਮਾਲਕ ਪੈਸਾ ਕੱਢ ਕੇ ਲੈ ਕੇ ਜਾ ਰਿਹਾ ਹੈ ਤਾਂ ਬਿਜ਼ਨਸ ਆਪਦੇ ਅਕਾਊਂਟਸ ਦੇ ਵਿੱਚ ਲਿਖੇਗਾ ਵੀ ਮਾਲਕ ਨੇ ਮੇਰੇ ਕੋਲੋਂ 5000 ਰੁਪਇਆ 10000 ਰੁਪਇਆ ਲੈ ਕੇ ਗਿਆ ਐਜ਼ ਅ ਡਰਾਇੰਗ, ਠੀਕ ਹੈ ਨਾ। ਉਹ ਮਾਲਕ ਨੂੰ ਬਿਜ਼ਨਸ ਨੂੰ ਵਾਪਸ ਕਰਨਾ ਪੈਣਾ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬਿਜ਼ਨਸ ਇੱਕ ਅਲੱਗ ਯੂਨਿਟ ਹੈ ਤੇ ਮਾਲਕ ਇੱਕ ਅਲੱਗ ਯੂਨਿਟ ਹੈ। ਆਪਾਂ ਨੂੰ ਹਮੇਸ਼ਾ ਹੀ ਅਲੱਗ-ਅਲੱਗ ਯੂਨਿਟ ਸੋਚ ਕੇ ਹੀ ਸਾਰਾ ਕੁਝ ਚੱਲਦਾ ਹੈ। ਨੈਕਸਟ ਲਾਸਟ ਹੈ ਵੀ ਇਕੁਏਸ਼ਨ ਹਮੇਸ਼ਾ ਮੈਚ ਕਰਦੀ ਹੈ। ਉਹ ਮੈਂ ਤੁਹਾਨੂੰ ਪਹਿਲਾਂ ਦੱਸਦਾ, 2 ਲੱਖ ਰੁਪਇਆ ਇਹ ਹੈ, 2 ਲੱਖ ਰੁਪਏ ਇਹ ਹੈ, ਇਹਦਾ ਮਤਲਬ ਐਸੈਟ ਇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀ, ਦੋਵਾਂ ਪਾਸੇ 2-2 ਲੱਖ ਰੁਪਇਆ ਹੋ ਗਿਆ ਤਾਂ ਇਹ ਇਕੁਏਸ਼ਨ ਕੀ ਹੋਗੀ, ਮੈਚ ਹੋਗੀ। ਹੁਣ ਇੱਕ ਨਿੱਕੀ ਜਿਹੀ ਗੱਲ ਹੈ ਜਿਵੇਂ ਆਪਾਂ ਮੈਥ ਵਿੱਚ ਕੀਤਾ ਹੈ, ਮੰਨ ਲਓ ਆਪਾਂ ਇਹਦੇ ਵਿੱਚੋਂ ਲਾਇਬਿਲਿਟੀਜ਼ ਕੱਢਣੀਆਂ ਹੋਣ, ਤਾਂ ਲਾਇਬਿਲਿਟੀਜ਼ ਨੇ ਤਾਂ ਰਹਿਣਗੇ, ਲਾਇਬਿਲਿਟੀਜ਼ ਨੇ ਤਾਂ ਰਹਿਣਗੇ। ਆ ਇਕੁਅਲ ਟੂ ਇੱਥੇ ਲਾ ਦਿਓ, ਇੱਧਰ ਕੀ ਸੀ, ਐਸੈਟਸ ਤੇ ਇਹ ਕੈਪੀਟਲ ਉਧਰ ਜਾ ਕੇ ਕੀ ਹੋ ਜਾਏਗੀ, ਇੱਧਰ ਪਲੱਸ ਦੀ ਹੈ ਤੇ ਬਰਾਬਰ ਤੋਂ ਇੱਧਰ ਜਾ ਕੇ ਕੀ ਹੋ ਜਾਏਗੀ, ਮਾਈਨਸ ਕੀ ਆਏਗਾ, ਕੈਪੀਟਲ, ਹੈ ਨਾ। ਐਸੈਟਸ ਕਿੰਨੇ ਨੇ, ਐਸੈਟਸ ਸਾਡੇ ਟੋਟਲ ਹੈਗੇ ਨੇ 2 ਲੱਖ ਰੁਪਏ ਦੇ, ਮਾਈਨਸ ਕੈਪੀਟਲ ਕਿੰਨੀ ਹੈ, ਕੈਪੀਟਲ ਸਾਡੀ ਹੈਗੀ ਹੈ 1 ਲੱਖ ਰੁਪਏ ਦੀ, is equal to liabilities ਕਿੰਨੀਆਂ ਰਹਿ ਰਹੀਆਂ, 2 ਲੱਖ ਦੇ ਵਿੱਚੋਂ 1 ਲੱਖ ਘਟਾਇਆ 1 ਲੱਖ ਰੁਪਏ। ਆਈ ਉੱਪਰ ਵੇਖੀ, ਦੇਖੋ ਆ ਕੀ ਸੀ 2 ਲੱਖ ਦੇ ਵਿੱਚੋਂ ਆ 1 ਲੱਖ ਘਟਾਇਆ, ਬਾਕੀ ਆ ਕੀ ਸੀ 2 ਲਾਇਬਿਲਿਟੀਜ਼, ਤਾਂ ਆਹੀ ਰਹਿ ਗਈਆਂ ਨਾ, ਐਸੈਟ ਲਾਇਬਿਲਿਟੀਜ਼ ਉਹੀ ਰਹਿ ਗਈਆਂ ਨਾ 1 ਲੱਖ ਰੁਪਏ। ਮਤਲਬ ਕਹਿੰਦਾ ਅਕਾਊਂਟਿੰਗ ਇਕੁਏਸ਼ਨ ਹੈ ਜਿਹੜੀ ਉਹ ਹਮੇਸ਼ਾ ਮੈਚ ਕਰਦੀ ਹੈ। ਅਕਾਊਂਟਿੰਗ ਇਕੁਏਸ਼ਨ ਐਸੈਟਸ is equal to capital plus liabilities। ਜੇ liability ਇੱਕ ਚੀਜ਼ ਵੀ ਕੱਢਣੀ ਹੈ ਤਾਂ ਉਹ equal to ਤੋਂ ਦੂਜੇ ਪਾਸੇ ਜਾ ਕੇ ਮਾਈਨਸ ਜਾਂ ਪਲੱਸ ਹੋ ਜਾਏਗੀ ਤੇ ਇਹਦੇ ਨਾਲ ਤੁਹਾਡਾ ਇਕੁਏਸ਼ਨ ਹੈ ਜਿਹੜੀ ਐਜ਼ ਇਟ ਰਹਿੰਦੀ, ਠੀਕ ਹੈ ਨਾ। ਹੁਣ ਇੱਕ ਨਿੱਕਾ ਜਿਹਾ ਕੁਐਸਚਨ ਇਹਦੇ ਨਾਲ ਦਾ ਕਰਨੇ ਆ, ਉਸ ਤੋਂ ਬਾਅਦ ਤੁਹਾਨੂੰ ਇਹਦਾ ਜ਼ਿਆਦਾ ਕਲੀਅਰ ਹੋ ਜਾਏਗਾ। ਦੇਖੋ, ਹਾਂਜੀ ਬੇਟਾ ਦੇਖੋ ਬੱਚੇ, ਪਹਿਲਾਂ ਸਟਾਰਟ ਕਰਨ ਲੱਗੇ ਆਪਾਂ ਨਿੱਕਾ ਜਿਹਾ ਕੁਐਸਚਨ। देखो अकाउंटिंग इक्वेशन की अपनी एसेट्स इज इक्वल टू कैपिटल प्लस लायबिलिटी आप पहला क्लियर कर चुके हैं। हुण देखो राकेश स्टार्टेड बिजनेस विद ₹20,000 एज कैपिटल। राकेश ने 20,000 रुपए बिजनेस ਦੇ ਵਿੱਚ ਲਗਾਏ ਕੈਪੀਟਲ ਦੇ ਰੂਪ ਵਿੱਚ। ਜਿਹੜਾ ਵੀ ਚੀਜ਼ ਮਾਲਕ ਰਾਕੇਸ਼ ਕੌਣ ਹੈ, ਮਾਲਕ ਜੋ ਵੀ ਬਿਜ਼ਨਸ ਦੇ ਵਿੱਚ ਪੈਸਾ ਲਗਾਉਂਦਾ ਉਹ ਕੀ ਹੁੰਦਾ ਹੈ, ਕੈਪੀਟਲ। ਇਹਦਾ ਮਤਲਬ 20,000 ਰੁਪਏ ਲਗਾਇਆ, ਇਹ ਕੀ ਬਣ ਗਈ ਸਾਡੀ ਕੈਪੀਟਲ। ਕਿੰਨੀ ਬਣ ਗਈ, 20,000 ਰੁਪਏ, ਠੀਕ ਹੈ ਨਾ। ਪਰ ਹੁਣ 20,000 ਰੁਪਏ ਕੈਪੀਟਲ ਬਣ ਗਈ, ਬਿਜ਼ਨਸ ਦੇ ਕੋਲ ਕੀ ਆ ਗਿਆ, ਕੈਸ਼ ਆ ਗਿਆ। ਕੈਸ਼ ਕੀ ਹੈ ਉਹਦੇ ਵਾਸਤੇ, ਐਸੈਟ ਹੈ। ਕੈਸ਼ ਕੀ ਉਹਦੇ ਵਾਸਤੇ, ਐਸੈਟ ਹੈ। ਤੇ ਐਸੈਟ ਵਿੱਚ ਕੀ ਹੋ ਗਿਆ, ਕੈਸ਼। ਕੈਸ਼ ਕਿੰਨਾ ਹੈ, 20,000। 20,000 इज इक्वल टू 20,000 प्लस ਉਹਦੀ ਕੋਈ ਜ਼ਿੰਮੇਵਾਰੀ ਹੈ, ਨੋ, ਇਸ ਲਈ ਨਿਲ। ਤੇ ਇਹ ਦੀ ਇਕੁਏਸ਼ਨ ਆਪਣੀ ਸਹੀ ਹੋ ਗਈ, ਐਸੈਟਸ ਇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀ। ਲਓ ਜੀ ਕਲੀਅਰ ਹੋ ਗਿਆ ਤੁਹਾਨੂੰ। ਹਰੇਕ ਹੀ ट्रांजैक्शन ਵਿੱਚ ਜਿਹੜੀ ਹੈ ਨਾ ਇਹ ਇਕੁਏਸ਼ਨ ਐਸੈਟਸ ਇਜ਼ ਇਕੁਅਲ ਟੂ ਕੈਪੀਟਲ ਪਲੱਸ ਲਾਇਬਿਲਿਟੀ ਇਹ ਸਿੱਧ ਕਰਕੇ ਦਿਖਾਉਣ ਜਾ ਰਹੇ ਹਾਂ ਹਰੇਕ ਟ੍ਰਾਂਜੈਕਸ਼ਨ ਵਿੱਚ। नेक्स्ट आ गया, देखो परचेज फर्नीचर फॉर ₹500 इन कैश। लो जी फर्नीचर खरीदिया, किन्ने दा खरीदिया, 500 रुपए दा। खरीदिया किवें, कैश खरीदिया। जदों फर्नीचर खरीदिया तां पहला उहदे कोल की सी, एक सी कैश। कैश कितना सी, 20,000 रुपए। कैश कितना सी उहदे कोल, 20,000 रुपए।
ਹੁਣ 20000 ਰੁਪਏ ਦੇ ਵਿੱਚੋਂ ਜਦੋਂ ਉਹਨੇ ਫਰਨੀਚਰ ਖਰੀਦਿਆ ਤੇ ਇਹਨੇ 20000 ਵਿੱਚੋਂ 500 ਰੁਪਇਆ ਘਟ ਜਾਏਗਾ ਨਾ, ਕੈਸ਼ ਘਟੇਗਾ, ਠੀਕ ਹੈ ਨਾ। ਕਿੰਨਾ ਹੋ ਗਿਆ 19000 ਤੇ 500 ਪਲੱਸ ਉਹਦੇ ਕੋਲ ਆ ਕੀ ਗਿਆ ਹੁਣ ਫਰਨੀਚਰ ਕਿੰਨੇ ਦਾ ਆਇਆ 500 ਰੁਪਏ ਦਾ, ਤੇ ਇਜ਼ ਇਕੁਅਲ ਟੂ ਹੁਣ ਵੇਖੋ ਨਾ 19500। ਮੈਂ ਤੁਹਾਨੂੰ ਪਹਿਲੇ ਦਿਨ ਇੱਕ ਗੱਲ ਕਹੀ ਸੀ, ਚਾਹੇ ਤਾਂ ਉਹ ਕੈਸ਼ ਲਾਉਂਦਾ ਹੈ, ਚਾਹੇ ਕੈਸ਼ ਦੇ ਵਿੱਚੋਂ ਖਰੀਦ ਕੇ ਕੋਈ ਚੀਜ਼ ਲਾਉਂਦਾ ਹੈ, ਉਹ ਸਾਰੀ ਕੈਪੀਟਲ ਹੈ, ਸਾਰੀ ਕੈਪੀਟਲ ਹੈ। ਇਹਦਾ ਮਤਲਬ 19500 ਵੀ ਕੈਪੀਟਲ ਹੈ ਤੇ 500 ਵੀ ਕੈਪੀਟਲ ਹੈ। ਟੋਟਲ ਕੈਪੀਟਲ ਕਿੰਨੀ ਹੋਗੀ, ਕੈਪੀਟਲ ਕਿੰਨੀ 20000। ਲਓ ਜੀ ਇਹ ਵੀ ਅਕਾਊਂਟਿੰਗ ਇਕੁਏਸ਼ਨ ਸਹੀ ਹੋਗੀ। ਲਾਇਬਿਲਿਟੀ ਹੋਗੀ ਮੇਲ, ਲਾਇਬਿਲਿਟੀ ਕੋਈ ਨਹੀਂ ਪੈਸਾ ਦੇਣਾ ਕਿਸੇ ਦਾ, ਇਸ ਲਈ 19500 ਪਲੱਸ 500 20000। ਅਕਾਊਂਟਿੰਗ ਇਕੁਏਸ਼ਨ ਸਹੀ, ਅਕਾਊਂਟਿੰਗ ਇਕੁਏਸ਼ਨ ਸਹੀ ਹੋਗੀ। ਨੈਕਸਟ ਕਰਨ ਜਾ ਰਹੇ ਹਾਂ ਬੱਚੇ ਦੇਖੋ, ਪਰਚੇਜ਼ ਗੁੱਡਸ ਫਾਰ ₹1000 ਇਨ ਕੈਸ਼। ਉਹਨੇ ਵਸਤੂਆਂ ਖਰੀਦ ਲੀਆਂ। ਲਓ ਜੀ ਵਸਤੂਆਂ ਖਰੀਦ ਲੀਆਂ, ਵਸਤੂਆਂ ਕੀ ਹੈ ਸਾਡਾ, ਵਸਤੂਆਂ ਸਟਾਕ, ਵਸਤੂਆਂ ਕੀ ਹੁੰਦਾ ਸਟਾਕ। ਉਹਦੇ ਕੋਲ ਪੈਸਾ ਕਿੰਨਾ ਸੀ, ਕੈਸ਼ ਕਿੰਨਾ ਸੀ, ਇਸ ਟਾਈਮ ਕਿੰਨਾ 19000 ਤੇ 500, ਠੀਕ ਹੈ। ਫਰਨੀਚਰ ਕਿੰਨਾ ਪਲੱਸ ਫਰਨੀਚਰ ਕਿੰਨੇ ਦਾ ਹੈ 500 ਦਾ, ਪਲੱਸ ਸਟਾਕ ਕਿੰਨੇ ਦਾ ਆ ਗਿਆ, ਵਸਤੂਆਂ ਜਿਹੜੀਆਂ ਖਰੀਦੀਆਂ ਉਹਨੂੰ ਸਟਾਕ ਕਰਾਂਗੇ ਨਾ, ਸਟਾਕ ਕਿੰਨੇ ਦਾ ਆਇਆ 1000 ਰੁਪਏ, 1000 ਰੁਪਏ ਦਾ, ਠੀਕ ਹੈ ਨਾ। ਹੁਣ 1000 ਰੁਪਏ ਦਾ ਜਿਹੜਾ ਸਟਾਕ ਖਰੀਦਿਆ ਸੀ ਉਹ ਕਿੰਨੇ ਵਿੱਚੋਂ ਖਰੀਦਿਆ, ਕੈਸ਼ ਵਿੱਚੋਂ। ਆ ਵੇਖੋ ਨਾ ਇੱਕ ਪਰਚੇਜ਼ ਗੁੱਡਸ ਫਾਰ ₹1000 ਇਨ ਕੈਸ਼ ਵਿੱਚੋਂ ਖਰੀਦਿਆ ਤੇ ਇਹਨਾਂ ਵਿੱਚੋਂ ਕੈਸ਼ ਦੇ ਵਿੱਚੋਂ 1000 ਰੁਪਏ ਲੈਸ ਕਰਕੇ ਹੁਣ ਇਹਦੇ ਕੋਲ ਕੈਸ਼ ਕਿੰਨਾ ਰਹਿ ਗਿਆ 18000 ਤੇ 500 ਪਲੱਸ 500 ਦਾ ਫਰਨੀਚਰ ਪਲੱਸ 1000 ਦਾ ਸਟਾਕ ਕੀ ਹੋ ਗਿਆ 18, ਟੋਟਲ ਕਿੰਨਾ ਹੋ ਗਿਆ 20000। ਕੈਪੀਟਲ ਕਿੰਨੀ ਹੈ ਇਹਦੀ 20000। ਇਹਨਾਂ ਜੋੜ ਕਰੋ 18500 ਤੇ 500 19000 ਤੇ 1000 20000। ਲਓ ਜੀ ਇੱਥੇ ਵੀ ਸਾਡੀ ਅਕਾਊਂਟਿੰਗ ਇਕੁਏਸ਼ਨ ਹੈ ਜਿਹੜੀ ਬਿਲਕੁਲ ਕਲੀਅਰ ਹੈ, ਠੀਕ ਹੈ ਨਾ। ਟੋਟਲ ਕਿੰਨਾ ਹੋ ਗਿਆ 20000, ਟੋਟਲ ਕਿੰਨਾ ਹੋ ਗਿਆ ਬੱਚੇ 20000 ਰੁਪਏ। ਨੈਕਸਟ ਹੁਣ ਇਹਦੇ ਕੋਲ ਕੈਸ਼ ਕਿੰਨਾ ਰਹਿ ਗਿਆ, ਲਿਖ ਲਓ ਪਹਿਲਾਂ। ਕੈਸ਼ ਰਹਿ ਗਿਆ ਇਹਦੇ ਕੋਲ ਜੀ 18500 ਰੁਪਏ ਦਾ ਪਲੱਸ ਫਰਨੀਚਰ ਕਿੰਨੇ ਦਾ ਹੈ, ਫਰਨੀਚਰ ਹੈ 500 ਰੁਪਏ ਦਾ ਪਲੱਸ स्टॉक कितने का है 1000 रुपए का इज इक्वल टू कितना है 20000 रुपए की इनकी कैपिटल। हुन नेक्स्ट देखो परचेज गुड्स फॉर ₹2000 ऑन क्रेडिट। लो जी क्रेडिट आ गया, परचेज गुड्स फॉर ₹2000 ऑन क्रेडिट। 2000 रुपए दी वस्तुआं खरीदियां ते उधार खरीदियां। जे तां ਉਹ ਨਗਦ ਖਰੀਦਦਾ ਤੇ ਇੱਥੇ ਕੈਸ਼ ਦੇ ਵਿੱਚੋਂ ਖਤਮ ਹੋ ਜਾਣਾ ਸੀ। ਇਹਦਾ ਮਤਲਬ ਕੈਸ਼ ਤੇ ਕੋਈ ਇੰਪੈਕਟ ਨਹੀਂ ਪੈਣਾ। ਕੈਸ਼ ਤਾਂ 18500 ਦਾ ਹੀ ਸੀ, 18500 ਹੀ ਰਹੇਗਾ। ਕਿਉਂ? ਕਿਉਂਕਿ ਉਹਨੇ ਉਧਾਰ ਖਰੀਦੀਆਂ, ਠੀਕ ਹੈ ਨਾ। प्लस फर्नीचर ਉਹਨੇ ਐਜ਼ ਇਟ ਇਜ਼ ਹੀ ਪਿਆ ਰਹੇਗਾ, ਸਟਾਕ ਐਜ਼ ਇਟ ਇਜ਼ ਹੀ ਪਿਆ ਰਹੇਗਾ, ਸਾਰਾ ਕੁਝ ਐਜ਼ ਇਟ ਇਜ਼ ਹੀ ਪਿਆ ਰਹੇਗਾ ਨਾ। ਦੇਖੋ 18000 ਪਲੱਸ 500 ਪਲੱਸ a ਪਲੱਸ ਆ ਹਨਾ। ਹੁਣ ਇੱਕ ਗੱਲ ਹੋਰ ਹੈ, ਧਿਆਨ ਦਿਓ ਬੇਟਾ, ਜੇ ਜਦੋਂ ਵੀ ਆਪਾਂ ਕਿਸੇ ਕੋਲੋਂ ਵੀ ਕੋਈ ਚੀਜ਼ ਉਧਾਰ ਖਰੀਦਦੇ ਆ, ਦੇਖੋ ਪਰਚੇਜ਼ ਕੀਤੀ ਹੈ ਨਾ ਉਹਨੇ, ਪਰਚੇਜ਼ ਗੁੱਡਸ ਫਾਰ ₹2000 ਔਨ ਕ੍ਰੈਡਿਟ। ਜਦੋਂ ਵੀ ਕੋਈ ਚੀਜ਼ ਆਪਾਂ ਕਿਸੇ ਕੋਲੋਂ ਉਧਾਰ ਖਰੀਦੀ, ਜੇ ਉਧਾਰ ਖਰੀਦੀਏ ਤਾਂ ਆਪਾਂ ਉਹਨੂੰ ਪੈਸੇ ਦੇਣੇ ਨੇ, ਉਹ ਆਪਣਾ ਲੈਣਦਾਰ ਬਣ ਗਿਆ। ਉਹ ਕੀ ਬਣ ਗਿਆ? ਆਪਣਾ ਲੈਣਦਾਰ ਬਣ ਗਿਆ। ਜੇ ਲੈਣਦਾਰ ਬਣ ਗਿਆ ਤੇ ਆਪਣਾ ਲੈਣਦਾਰ ਕਿਹਨੂੰ ਕਹਿੰਦੇ ਨੇ? ਕ੍ਰੈਡਿਟ। ਲੈਣਦਾਰ ਕੀ ਹੁੰਦਾ? ਕ੍ਰੈਡਿਟਰ। ਲੋ ਜੀ ਲੈਣਦਾਰ ਕੀ ਹੋ ਗਿਆ? ਕ੍ਰੈਡਿਟਰ ਬਣ ਗਿਆ। ਕੈਂਸਲ ਹੋ ਗਿਆ। ਥੋੜਾ ਲਿੰਕ ਦੀ ਪ੍ਰੋਬਲਮ ਆ ਗਈ ਸੀ। ਹੁਣ ਧਿਆਨ ਦਿਓ, ਉਹੀ ਗੱਲ ਕਰ ਰਹੇ ਸੀ ਆਪਾਂ ਵੀ ਪਰਚੇਜ਼ ਗੁੱਡਸ ਫਾਰ ₹2000 ਔਨ ਕ੍ਰੈਡਿਟ। ਹੁਣ ਦੇਖੋ ਨਾ, ਕ੍ਰੈਡਿਟ ਤਾਂ ਮੈਂ ਤੁਹਾਨੂੰ ਅੱਗੇ ਦੱਸਿਆ ਵੀ ਜਦੋਂ ਆਪਾਂ ਕਿਸੇ ਕੋਲ ਉਧਾਰ ਚੀਜ਼ਾਂ ਖਰੀਦੀਆਂ, ਜਦੋਂ ਵੀ ਆਪਾਂ ਕੋਈ ਚੀਜ਼ਾਂ ਕਿਸੇ ਕੋਲ ਉਧਾਰ ਖਰੀਦਾਂਗੇ ਤਾਂ ਉਹ ਆਪਣਾ ਕੀ ਬਣ ਗਿਆ? ਕ੍ਰੈਡਿਟਰ, ਲੈਣਦਾਰ। ਉਹ ਕੀ ਬਣ ਗਿਆ? ਸਾਡਾ ਲੈਣਦਾਰ। ਹੁਣ ਦੇਖੋ ਧਿਆਨ ਦਿਓ, ਇੱਥੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਸੀ ਵੀ ਜਦੋਂ ਅਸੀਂ ਉਧਾਰ ਖਰੀਦੀਆਂ, ਕੈਸ਼ ਤਾਂ ਉਹਦੇ ਕੋਲ 18500 ਦਾ 18500 ਹੀ ਰਹਿ ਗਿਆ, ਠੀਕ ਹੈ। ਫਰਨੀਚਰ ਜਿਹੜਾ ਸੀ ਉਹ 500 ਦਾ ਐਜ਼ ਇਟ ਇਜ਼ ਪਿਆ। ਜਦੋਂ ਵਸਤੂਆਂ ਆਈਆਂ ਤਾਂ ਸਟਾਕ ਕਿੰਨੇ ਦਾ ਸੀ? 1000 ਰੁਪਏ ਦਾ। ਹੁਣ ਸਟਾਕ ਕਿੰਨੇ ਦਾ ਹੋ ਗਿਆ? 2000 ਐਡ ਕਰਕੇ ਤਾਂ ਕਿੰਨੇ ਦਾ ਹੋ ਗਿਆ? 2000 ਐਡ ਕਰਾਂਗੇ, ਸਟਾਕ ਬਣ ਗਿਆ 3000 ਰੁਪਏ ਦਾ। ਸਟਾਕ ਕਿੰਨੇ ਦਾ ਬਣ ਗਿਆ ਬੱਚੇ? 3000 ਰੁਪਏ ਦਾ ਸਾਡੇ ਕੋਲ ਸਟਾਕ ਬਣ ਚੁੱਕਿਆ। ਹੁਣ ਬਾਕੀ ਕੀ ਸੀ? ਕੈਪੀਟਲ ਪਲੱਸ ਲਾਇਬਿਲਿਟੀ।
कैपिटल प्लस लाइबिलिटीज। ਹੁਣ कैपिटल कितनी सी, कैपिटल एज इट इज ही है 20000 रुपए की, ठीक है ना, प्लस लाइबिलिटी। ਹੁਣ ਜਿਹੜਾ ਕ੍ਰੈਡੀਟਰ ਹੈ ਉਹਨੇ ਸਾਡੇ ਕੋਲੋਂ ਪੈਸੇ ਲੈਣੇ ਨੇ ਤੇ ਅਸੀਂ ਉਹਨੂੰ ਦੇਣੇ ਨੇ। ਸਾਡੀ ਉਹ ਜ਼ਿੰਮੇਵਾਰੀ ਹੈ ਵੀ ਅਸੀਂ ਉਸ ਕ੍ਰੈਡੀਟਰ ਨੂੰ ਪੈਸੇ ਦੇਣੇ ਨੇ ਤੇ ਸਾਡੀ ਕੀ ਬਣ ਗਈ, ਉਹ ਲਾਇਬਿਲਿਟੀ ਬਣ ਗਈ। ਇਸ ਲਈ ਉਹ 2000 ਰੁਪਏ ਦਾ ਕੀ ਬਣ ਗਿਆ, ਲਾਇਬਿਲਿਟੀ। ਕੀ ਬਣ ਗਿਆ, ਲਾਇਬਿਲਿਟੀ 2000 ਰੁਪਏ ਦੀ। ਇੱਥੇ ਆਪਾਂ ਲਿਖ ਦਿੰਦੇ ਆ ਕ੍ਰੈਡੀਟਰ। ਕ੍ਰੈਡੀਟਰ ਦਾ ਮਤਲਬ ਲੈਣ ਦਾ, ਕ੍ਰੈਡੀਟਰ ਦਾ ਮਤਲਬ ਲੈਣ ਦਾ। ਹੁਣ ਧਿਆਨ ਦੇ ਨਾ ਸੋਚੋ ਵੀ ਇੱਥੇ ਲਾਇਬਿਲਿਟੀਜ਼ ਕੀ ਸੀ, 0। ਇੱਥੇ ਲਾਇਬਿਲਿਟੀਜ਼ ਕੀ ਸੀ, ਸਾਡੇ ਕੋਲ ਲਾਇਬਿਲਿਟੀ 0 ਸੀ। ਹੁਣ ਲਾਇਬਿਲਿਟੀਜ਼ ਅਗਲੀ ਟ੍ਰਾਂਜੈਕਸ਼ਨ ਵਿੱਚ ਸਾਡੀਆਂ ਲਾਇਬਿਲਿਟੀਜ਼ 2000 ਰੁਪਏ ਦੀਆਂ ਬਣ ਚੁੱਕੀਆਂ ਨੇ ਕਿਉਂਕਿ ਅਸੀਂ 2000 ਰੁਪਏ ਉਹਨੂੰ ਦੇਣਾ, ਕਿਉਂਕਿ ਅਸੀਂ 2000 ਰੁਪਏ ਉਹਨੂੰ ਦੇਣਾ। ਹਾਂਜੀ ਬੱਚੇ, ਨੈਕਸਟ ਹੈ sold goods costing rupees 2500 to RAM for rupees 4000। ਹੁਣ ਨੋਟ ਕਰੋ ਇੱਥੇ ਪਹਿਲੀ ਗੱਲ ਆ ਗਿਆ, ਮੈਂ ਇਹ ਦੱਸੋ ਵੀ ਇਹ ਜਦੋਂ ਆਪਾਂ RAM ਨੂੰ ਵੇਚੀਆਂ ਕੀ ਇਹ ਨਗਦ ਨੇ ਕਿ ਉਧਾਰ ਨੇ। ਬੱਚੇ ਦੇਖੋ ਇੱਕ ਧਿਆਨ ਦਿਓ, ਜਦੋਂ ਵੀ ਆਪਾਂ ਮਾਰਕੀਟ ਵਿੱਚ ਜਾਂਦੇ ਆ, ਕੋਈ ਵੀ ਬੰਦਾ ਮਾਰਕੀਟ ਵਿੱਚ ਗਿਆ, ਉਹ ਕਹਿੰਦਾ ਯਾਰ 500 ਰੁਪਏ ਚੱਕ ਤੇ ਪੈਸੇ ਦੇ, ਕੋਈ ਚੀਜ਼ ਦੇ ਦੇ, ਉਹ 500 ਰੁਪਏ ਰੱਖਦਾ ਚੀਜ਼ ਦੇ ਦਿੰਦਾ, ਹਨਾ। ਜਦੋਂ मतलब ਇਹਦਾ ਮਤਲਬ ਹੈ ਉਹ ਨਗਦ ਉਹਨੇ ਵਸਤੂਆਂ ਲੈ ਲਈਆਂ। ਮੰਨ ਲਓ ਤੁਸੀਂ ਬਾਜ਼ਾਰ ਗਏ, ਉਹਨੂੰ ਕਿਹਾ ਵੀ ਜੇ ਕੋਈ ਚੀਜ਼ ਨਹੀਂ 500 ਰੁਪਏ ਦੀ, ਉਹ 500 ਰੁਪਏ ਦੀ ਚੀਜ਼ ਤਾਂ ਲੈ ਲਈ ਪਰ ਪੈਸੇ ਨਹੀਂ। ਮੈਂ ਕਿਹਾ ਪੈਸੇ ਬਾਅਦ ਵਿੱਚ ਦੇ ਜਾਗਾ। ਉਹ ਆਪਾਂ ਚੱਲੇ, ਉਹ ਕਹਿੰਦਾ ਯਾਰ ਨਾਮ ਤਾਂ ਦੇ ਦੇ, ਤੇਰਾ ਨਾਮ ਕੀ ਹੈ, ਦੱਸੇਗਾ ਨਾ ਵੀ ਨਾਮ ਕੀ ਹੈ। ਇਹਦਾ ਮਤਲਬ ਜਿੱਥੇ ਵੀ ਟ੍ਰਾਂਜੈਕਸ਼ਨ ਦੇ ਵਿੱਚ ਨਾਮ ਆ ਜਾਂਦਾ ਹੈ ਉੱਥੇ ਉਹ ट्रांजैक्शन उधार की ट्रांजैक्शन होती है। ध्यान नाल नोट करें जी, इस माइंड में बिठा लो। कोई भी ट्रांजैक्शन जिस ट्रांजैक्शन दे विच नाम आ गया वो ट्रांजैक्शन उधार वाली ट्रांजैक्शन होएगी, नगद वाली ट्रांजैक्शन नहीं होएगी। क्लियर है? हम ध्यान दियो, वो कहना सोल्ड गुड्स कॉस्टिंग रुपीस 2500 टू राम फॉर रुपीस 4000। 2500 ਦੀਆਂ ਵਸਤੂਆਂ ਸੀ, 4000 ਦੀਆਂ ਵੇਚ ਦਿੱਤੀਆਂ ਪਰ ਪੈਸਾ ਸਾਡੇ ਕੋਲ ਨਹੀਂ ਆਇਆ। क्यों? क्योंकि उधार बेचियां सी। तो इहदा मतलब वो 4000 रुपया वो कैश के विच जमा नहीं होएगा, कैश ओना ही रहेगा। कारण की है, कैश साडे कोल आया ही नहीं, असीं तां उधार बेचियां सी। हुण ध्यान दिओ, कैश इहदा मतलब कितना रह जाएगा साडे कोल, कैश 18500 दा 18500 ही रह गया। ठीक है, फर्नीचर प्लस की सी, फर्नीचर किन्ने दा रह गया 500 ਦਾ, ਪਹਿਲਾਂ ਵੀ 500 ਦਾ ਸੀ, ਪਲੱਸ ਸਟਾਕ ਕਿੰਨੇ ਦਾ ਸੀ, ਸਟਾਕ ਕਿੰਨੇ ਦਾ ਸੀ ਬੱਚੇ 3000 ਰੁਪਏ ਦਾ। 3000 ਰੁਪਏ ਦੇ ਵਿੱਚੋਂ ਅਸੀਂ 2500 ਦੀਆਂ ਵਸਤੂਆਂ ਵੇਚ ਦਿੱਤੀਆਂ ਨੇ, 2500 ਦੀਆਂ ਵਸਤੂਆਂ ਵੇਚ ਦਿੱਤੀਆਂ ਨੇ। ਹੁਣ 2500 ਰੁਪਏ ਵਿੱਚੋਂ ਲੈਸ ਦੀਆਂ ਵਸਤੂਆਂ ਗਈਆਂ, ਬਾਕੀ ਸਟਾਕ ਸਾਡੇ ਕੋਲ ਕਿੰਨਾ ਰਹਿ ਚੁੱਕਿਆ ਹੈ 500 ਰੁਪਏ ਦਾ। ਸਟਾਕ ਕਿੰਨਾ ਰਹਿ ਗਿਆ 500 ਰੁਪਏ ਦਾ। ਪਲੱਸ प्लस की सी, प्लस 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 कुछ नहीं है ना। हुण आ 2500 रुपए दियां 500 रुपए का स्टॉक रह गया, पर 2500 रुपए दियां जेड़े बंदे कोल वेचियां सी, जेड़े बंदे नूं असीं वेचियां सी, ਉਹ ਸਾਡਾ ਕੀ ਬਣ ਗਿਆ, ਦੇਣਦਾਰ। ਸਾਡਾ ਕੀ ਬਣ ਗਿਆ, ਦੇਣਦਾਰ। ਉਹਨੇ ਸਾਨੂੰ ਪੈਸੇ ਦੇਣੇ ਨੇ, ਜਿਹੜੇ ਪੈਸੇ ਸਾਨੂੰ ਦੇਣੇ ਨੇ, ਜਿਹੜਾ ਸਾਡਾ ਦੇਣਦਾਰ ਹੈ ਉਹ ਸਾਡਾ ਐਸੈਟ ਹੈ। ਕਿਉਂਕਿ ਜਿਹੜੀਆਂ ਚੀਜ਼ਾਂ ਤੋਂ ਸਾਨੂੰ ਪੈਸਾ ਆਉਂਦਾ ਹੁੰਦਾ ਹੈ ਉਹ ਸਾਡੀਆਂ ਕੀ ਹੁੰਦੇ ਨੇ, ਐਸੈਟ ਹੁੰਦੇ ਨੇ। ਬੇਸਿਕ ਟਰਮਸ ਦੇ ਵਿੱਚ ਮੈਂ ਤੁਹਾਨੂੰ ਬੜੀ ਕਲੀਅਰ ਕਰਵਾ ਚੁੱਕਿਆ। ਪਲੱਸ ਕੀ ਹੋ ਗਿਆ, ਡੈਟਰ। ਡੈਟਰ ਮਤਲਬ ਦੇਣਦਾਰ। ਇਹ ਕਿੰਨੇ ਦਾ ਦੇਣਦਾਰ ਹੈ 4000 ਰੁਪਏ ਦਾ। ਵੇਚੀਆਂ ਵਸਤੂਆਂ 2500 ਦੀਆਂ ਸੀ, पर 2500 रुपए वाली वस्तुआं उन्होंने कॉस्ट 2500 सी, बेचियां सी 4000 रुपए दी। इसलिए उन्हें सानू किन्ने पैसे देने ने 4000 रुपए देने ने। इसलिए डेट किन्ने दे बन गए साडे 4000 रुपए। इज इक्वल टू की सी, कैपिटल। कैपिटल पहला किन्नी सी साडी, कैपिटल सी साडी 20000 रुपए। हुण तुहानू पहला नोट कराया सी, जे कोई भी प्रॉफिट हुंदा है वो कैपिटल नू वधा दिंदा है, कोई भी लॉस हुंदा है कैपिटल नू घटा दिंदा है। हुण सानू की होया, प्रॉफिट होया। किन्ने दा होया 2500 रुपए दी वस्तुआं सी 4000 रुपए दी वेचियां, इसदा मतलब 1500 रुपए दा सानू प्रॉफिट होया। वो 1500 रुपए नाल साडी कैपिटल वध जाएगी, 1500 रुपए नाल साडी कैपिटल वध जाएगी। 1500 रुपए नाल कैपिटल वध गई। हुण साडी कैपिटल कितनी होगी 21000 ते 500 रुपए दी, ते जेड़े आ क्रेडिटर है वो सेम ही है 2000 रुपए दी। हुण कितने हो गए, ध्यान दिओ इधर बच्चे, ਇਹ ਕਿੰਨੇ 21500 ਤੇ 2000 23500, ਇੱਧਰ ਕਿੰਨਾ ਹੈ
18 ਤੇ 5 18500 ਤੇ 500 ਕਿੰਨਾ 19000 19 ਤੇ 4 23 23500 ਇਧਰ ਵੀ 23500 ਉਧਰ ਵੀ 23500 ਸਾਡੀ ਅਕਾਊਂਟਿੰਗ ਇਕੁਏਸ਼ਨ ਬਿਲਕੁਲ ਸਹੀ। ਨੈਕਸਟ ਕਰਨ ਜਾ ਰਹੇ ਆਪਾਂ ਪੇਡ ₹1000 ਫਾਰ ਰੈਂਟ ਤੇ ₹5000 ਫਾਰ ਸੈਲਰੀ। ਹੁਣ 1000 ਰੁਪਏ ਰੈਂਟ ਦਿੱਤਾ, 5000 ਰੁਪਏ ਸੈਲਰੀ ਦਿੱਤੀ। ਕਿੱਥੋਂ ਦਿੱਤੀ? ਜਿਹੜਾ ਉਹਦੇ ਕੋਲ ਪੈਸਾ ਨਗਦ ਪਿਆ ਸੀ। ਇਹਦਾ ਮਤਲਬ ਜੇ ਰੈਂਟ ਦਾ ਕਿਰਾਇਆ ਦੇ ਦਿੱਤਾ, ਤਨਖਾਹ ਦੇ ਦਿੱਤੀ, ਪੈਸਾ ਦਿੱਤਾ, ਇਹਦਾ ਮਤਲਬ ਕੈਸ਼ ਘਟੇਗਾ। ਕੈਸ਼ ਘਟੇਗਾ। ਮੈਂ ਤੁਹਾਨੂੰ ਇੱਕ ਤਾਂ ਇਹ ਗੱਲ ਕੀਤੀ ਹੈ ਵੀ ਕੈਸ਼ ਘਟੇਗਾ। ਨੰਬਰ 2 ਮੈਂ ਤੁਹਾਨੂੰ ਪਹਿਲੇ ਇਹ ਗੱਲ ਦੱਸੀ ਸੀ ਵੀ ਜੋ ਵੀ ਖਰਚਾ ਹੁੰਦਾ ਹੈ ਉਹ ਕੈਪੀਟਲ ਨੂੰ ਵੀ ਘਟਾ ਦਿੰਦਾ ਹੈ। ਜੋ ਖਰਚਾ ਹੁੰਦਾ ਹੈ ਉਹ ਕੈਪੀਟਲ ਨੂੰ ਵੀ ਘਟਾ ਦਿੰਦਾ ਹੈ। ਉਧਰੋਂ ਐਸੈਟ ਘਟ ਗਿਆ, ਉਧਰੋਂ ਸਾਡੀ ਕੈਪੀਟਲ ਘਟ ਗਈ। ਕਲੀਅਰ ਹੈ? ਹੁਣ ਦੇਖੋ ਪਹਿਲਾਂ ਉਹਦੇ ਕੋਲ ਕੈਸ਼ ਹੈ ਕਿੰਨਾ ਸੀ? ਸਾਡੇ ਕੋਲ ਕੈਸ਼ 18500 ਸੀ। 18500 ਕੈਸ਼ ਤੋਂ ਕੈਸ਼ ਸੀ ਬੱਚੇ 18000 ਤੇ 500 ਦਾ। ਇਹਦੇ ਵਿੱਚੋਂ ਇਹਨੇ ਦੋ ਖਰਚੇ ਦਿੱਤੇ, 1000 ਰੁਪਏ ਦਾ ਇਹ ਤੇ ਇੱਕ 5000 ਰੁਪਏ ਦਾ ਇਹ। 6000 ਰੁਪਏ ਖਰਚਾ ਦਿੱਤਾ, ਬਾਕੀ ਰਹਿ ਗਿਆ 12000 ਤੇ 500 ਪਲੱਸ ਕੀ ਸੀ? ਫਰਨੀਚਰ ਇਹਦੇ ਕੋਲ ਹੈਗਾ ਸੀ 500 ਰੁਪਏ ਦਾ। ਪਲੱਸ ਫਰਨੀਚਰ ਤੋਂ ਇਲਾਵਾ ਕੀ ਸੀ? ਸਟਾਕ ਕਿੰਨੇ ਦਾ ਰਹਿ ਚੁੱਕਿਆ ਸੀ? ਹੁਣ ਪਹਿਲਾਂ ਆਪਾਂ ਵੇਚ ਵੀ ਦਿੱਤਾ ਸੀ ਨਾ ਵਿੱਚੋਂ। ਸਟਾਕ ਵੀ ਸਾਡੇ ਕੋਲ 500 ਰੁਪਏ ਦਾ ਸੀ। ਆ ਵੇਖੋ 3000 ਵਿੱਚੋਂ 2500 ਰੁਪਏ ਦਾ ਸਟਾਕ ਦੇਤਾ ਸੀ, ਬਾਕੀ 500 ਰਹਿ ਗਏ। ਪਲੱਸ ਡੈਟਰ ਵੀ ਸੀ ਸਾਡੇ ਐਸੈਟ। ਪਲੱਸ ਕੀ ਸੀ? ਡੈਟਰ ਕਿੰਨੇ ਦੇ ਸੀ? 4000 ਰੁਪਏ ਉਹਨੇ ਸਾਡਾ ਦੇਣਾ ਹੈ। ਇਜ਼ ਇਕੁਅਲ ਟੂ ਕੈਪੀਟਲ ਕਿੰਨੀ ਸੀ? ਕੈਪੀਟਲ ਸੀ ਬੱਚੇ ਆਪਣੀ 21500 ਦੀ ਉਹਨੂੰ ਹੋ ਚੁੱਕੀ ਸੀ। 21500 ਪਰ ਹੁਣ ਕਿਸੇ ਖਰਚੇ ਸੀ। ਖਰਚੇ ਕੈਪੀਟਲ ਨੂੰ ਘਟਾਉਂਦੇ ਨੇ। ਕਿੰਨੇ? 6000 ਰੁਪਏ ਖਰਚਾ ਉਹਨੇ ਕੀਤਾ ਤੇ 21500 ਵਿੱਚੋਂ 6000 ਗਿਆ 15000 ਤੇ 500 15500 ਹੁਣ ਸਾਡੀ ਕੈਪੀਟਲ ਰਹਿ ਚੁੱਕੀ ਹੈ। ਤੇ ਪਲੱਸ ਕੀ ਹੈ ਬੱਚੇ? ਪਲੱਸ ਸੀਗਾ ਆ 2000 ਰੁਪਏ। 2000 ਰੁਪਏ ਕ੍ਰੈਡਿਟਰ ਐਲਜੀਟੀ ਸੀ। ਕ੍ਰੈਡਿਟਰ ਕਿੰਨਾ ਹੈ? 2000 ਰੁਪਏ। ਵੇਖिए आपस में मिलके 12500 ਤੇ 1000 13500 13 ਤੇ 4 17500 इज इक्वल टू 15500 ਤੇ 2000 कितना हो गया 17500 दोवें ही बराबर ने ते साडी अकाउंटिंग इक्वेशन सही है। नेक्स्ट लास्ट है देखो राकेश विथड्रॉ ₹2000 फॉर हिज पर्सनल यूज। राकेश ने 2000 रुपए पर्सनल यूज वास्ते ਕੱਢ ਲਏ। ਜੋ ਪਰਸਨਲ ਯੂਜ਼ ਵਾਸਤੇ ਮਾਲਕ ਬਿਜ਼ਨਸ ਦੇ ਵਿੱਚੋਂ ਕੱਢਦਾ ਹੈ ਤਾਂ ਉਹਨੂੰ ਡਰਾਇੰਗਸ ਕਹਿੰਦੇ ਨੇ ਤੇ ਡਰਾਇੰਗਸ ਹਮੇਸ਼ਾ ਹੀ ਕੈਪੀਟਲ ਨੂੰ ਘਟਾ ਦਿੰਦੀਆਂ ਨੇ। ਜਦੋਂ ਪੈਸਾ ਵਿੱਚੋਂ ਕੱਢ ਕੇ ਲੈ ਗਿਆ ਤੇ ਆਪਦੇ ਜਿੰਨੀ ਪੂੰਜੀ ਉਹਨੇ ਲਾਈ ਹੋਈ ਸੀ ਉਹਦੇ ਵਿੱਚੋਂ ਪੈਸਾ ਕੱਢਿਆ, ਜੇ ਕੱਢਿਆ ਤਾਂ ਉਹਦੀ ਕੈਪੀਟਲ ਘਟੇਗੀ ਨਾ। ਹੁਣ ਉਹਦੀ ਕੈਪੀਟਲ ਵੀ ਘਟ ਗਈ, ਉਧਰੋਂ ਕੈਸ਼ ਕੱਢ ਕੇ ਲੈ ਗਿਆ, ਉਹਦਾ ਐਸੈਟ ਵੀ ਘਟ ਗਿਆ ਹਨਾ। ਕੈਸ਼ ਕਿੰਨਾ ਸੀ ਉਹਦੇ ਕੋਲ? ਦੇਖੋ ਕੈਸ਼ ਹੈ ਸੀ ਉਹਦੇ ਕੋਲ 12000 ਤੇ 500 ਰੁਪਏ ਦਾ। ਉਹਦੇ ਵਿੱਚੋਂ ਕਿੰਨੇ ਕੱਢ ਕੇ ਲੈ ਗਿਆ? ਉਹ 2000 ਰੁਪਏ। ਬਾਕੀ ਕੈਸ਼ ਕਿੰਨਾ ਰਹਿ ਗਿਆ? 10000 ਤੇ 500 ਪਲੱਸ ਕੀ ਸੀ? ਫਰਨੀਚਰ ਕਿੰਨਾ ਹੈ? 500 ਰੁਪਏ ਦਾ। ਪਲੱਸ ਕੀ ਸੀ ਉਹਦੇ ਕੋਲ? ਸਟਾਕ ਕਿੰਨਾ ਸੀ? 500 ਰੁਪਏ ਦਾ। ਪਲੱਸ ਕੀ ਸੀ? ਡੈਟਰ ਜਿਹੜੇ ਉਹਨਾਂ ਲੋਕਾਂ ਕੋਲੋਂ ਪੈਸਾ ਲੈਣਾ ਸੀ 4000 ਰੁਪਏ इज इक्वल टू कैपिटल कितनी सी? कैपिटल सी बच्चे 15000 ते 500 आ देखो ना 15500 रह चुकी सी पर इस 15500 ਵਿੱਚੋਂ ਉਹਨੇ ਡਰਾਇੰਗਸ ਕਰ ਲੀਆਂ, ਪੈਸਾ ਕੱਢ ਕੇ ਲੈ ਗਿਆ। ਡਰਾਇੰਗਸ ਹਮੇਸ਼ਾ ਹੀ ਕੈਪੀਟਲ ਨੂੰ ਘਟਾਉਂਦੀਆਂ ਨੇ। ਕਿੰਨਾ ਪੈਸਾ ਕੱਢਿਆ? 2000 ਰੁਪਏ। ਬਾਕੀ ਹੁਣ ਕੈਪੀਟਲ ਕਿੰਨੀ ਰਹਿ ਗਈ? 13500 ਪਲੱਸ ਕੀ ਸੀ? ਕ੍ਰੈਡਿਟਰ ਕਿੰਨੇ ਨੇ ਉਹਦੇ? 2000 ਹੁਣ ਵੇਖੀਏ 10500 प्लस 1000 कितना हो गया 11500 ਤੇ 4000 कितना हो गया 11500 ਤੇ 4000 15000 ਤੇ 500। दूसरे पासे 13500 ਤੇ 2000 कितना आ गया 15000 ਤੇ 500। दोवें चीज़ां सेम हो गई। ठीक है ना, दोवें चीज़ां सेम। एसेट्स इज इक्वल टू कैपिटल प्लस लायबिलिटी। ਹੁਣ ਆਪਾਂ ਛੋਟੀ ਜੀ बैलेंस शीट ਬਣਾ ਕੇ ਦੇਖਦੇ ਹਾਂ ਵੀ ਕੀ ਸਾਰਾ ਕੁਝ ਸੇਮ ਆ ਚੁੱਕਿਆ ਹੈ। ਹੁਣ ਇਹਦੇ ਕੋਲ ਆਪਾਂ ਵੇਖੀਏ ਕੈਪੀਟਲ ਕਿੰਨੀ ਹੈ। ਆ ਵੇਖੋ ਜੀ ਕੈਪੀਟਲ 13000 ਤੇ 500। ਲਾਇबिलिटी मतलब क्रेडिटर कितने ने? क्रेडिटर है 2000 रुपए। उधरों आ कैश कितना है
ਸਾਰਾ ਕੁਝ ਕਰਾਉਣ ਤੋਂ ਬਾਅਦ ਕੈਸ਼ ਰਹਿ ਗਿਆ ਜੀ ਸਾਡੇ ਕੋਲ 10000 ਤੇ 500। ਉਸ ਤੋਂ ਬਾਅਦ ਫਰਨੀਚਰ ਕਿੰਨੇ ਦਾ ਹੈ 500 ਦਾ। ਫਰਨੀਚਰ ਕਿੰਨੇ ਦਾ ਹੈ 500 ਰੁਪਏ ਦਾ। ਨੈਕਸਟ ਹੈ ਸਟਾਕ। ਸਟਾਕ ਕਿੰਨੇ ਦਾ ਹੈ ਸਟਾਕ ਵੀ ਸਾਡੇ ਕੋਲ ਕਿੰਨਾ ਹੈ 500 ਰੁਪਏ ਦਾ। ਡੈਟਰ ਕਿੰਨੇ ਨੇ ਡੈਟਰ ਵੀ ਸਾਡੇ ਐਸੈਟ ਨੇ। ਡੈਟਰਸ ਕਿੰਨੇ ਦੇ ਨੇ 4000 ਰੁਪਏ। ਡੈਟਰ ਕਿੰਨੇ ਨੇ 4000 ਰੁਪਏ। ਹੁਣ ਦੇਖਦੇ ਹਾਂ ਵੀ ਸਾਰਾ ਕੁਝ ਸੇਮ ਹੈ ਕੀ ਇਹ ਮਿਲ ਗਿਆ। ਦੇਖੋ ਨਾ ਬੱਚੇ 13500 ਤੇ 2000 15500। ਉਸ ਤੋਂ ਬਾਅਦ 10000 ਤੇ 11 ਤੇ 4 15500। ਇਹਦਾ ਮਤਲਬ ਆ ਸਾਡੀ ਕੀ ਸੀ ਬੈਲੈਂਸ ਸ਼ੀਟ। ਬੈਲੈਂਸ ਸ਼ੀਟ ਕਿੰਨੇ ਆਧਾਰ ਤੇ ਮਿਲ ਗਈ ਸਾਡੀ ਅਕਾਊਂਟਿੰਗ ਇਕੁਏਸ਼ਨ ਦੇ ਆਧਾਰ ਤੇ ਮਿਲ ਗਈ। ਜੇ ਸਾਡੀ ਅਕਾਊਂਟਿੰਗ ਇਕੁਏਸ਼ਨ ਸਹੀ ਬਣੀ ਹੋਏਗੀ ਤਾਂ ਸਾਡੀ ਬੈਲੈਂਸ ਸ਼ੀਟ ਹਮੇਸ਼ਾ ਹੀ ਮਿਲੇਗੀ। ਹਮੇਸ਼ਾ ਹੀ ਮਿਲੇਗੀ। ਅਕਾਊਂਟਿੰਗ ਇਕੁਏਸ਼ਨ ਦੇ ਆਧਾਰ ਤੇ ਹੀ ਬੈਲੈਂਸ ਸ਼ੀਟ ਮਲਾਈ ਜਾਂਦੀ ਹੈ। ਠੀਕ ਹੈ ਬੱਚੇ। ਹੁਣ ਮੈਂ ਉਮੀਦ ਕਰਦਾ ਵੀ ਇਹ ਲੈਕਚਰ ਜਿਹੜਾ ਤੁਹਾਨੂੰ ਆਲਮੋਸਟ ਕਲੀਅਰ ਹੋ ਚੁੱਕਿਆ ਹੋਏਗਾ। ਇੱਕ ਦੋ ਕੁਐਸਚਨ ਨੈਕਸਟ ਲੈਕਚਰ ਵਿੱਚ ਹੋਰ ਕਰਾਂਗੇ ਜਿੰਦੇ ਨਾਲ ਤੁਹਾਨੂੰ ਹੋਰ ਵੀ ਜ਼ਿਆਦਾ ਗੱਲਾਂ ਕਲੀਅਰ ਜਿਹੜੀਆਂ ਹੈ ਹੋ ਜਾਣਗੀਆਂ। ਠੀਕ ਹੈ। ਹੁਣ ਬੱਚੇ ਜੇ ਕੋਈ ਜਿਨ੍ਹਾਂ ਨੇ ਅਜੇ ਤੱਕ ਕਮਰਸ ਵਾਲਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਮਰਸ ਵਾਲਾ ਚੈਨਲ ਸਬਸਕ੍ਰਾਈਬ ਕਰੋ। ਤੁਹਾਨੂੰ ਲੇਟੈਸਟ ਵੀਡੀਓਜ਼ ਮਿਲਦੀਆਂ ਰਹਿਣਗੀਆਂ। ਸਾਰਾ ਸਿਲੇਬਸ ਕਰਾਇਆ ਜਾਏਗਾ। 98726 98111 ਮੇਰਾ ਫੋਨ ਨੰਬਰ ਹੈ ਜਿਹਦੇ ਤੇ WhatsApp ਗਰੁੱਪ ਬਣੇ ਹੋਏ ਆ ਸਾਰੇ ਪੰਜਾਬ ਦੇ ਸਟੂਡੈਂਟਸ ਨੇ। ਉਹਨਾਂ ਗਰੁੱਪਸ ਵਿੱਚ ਜੇ ਕੋਈ ਐਡ ਹੋਣਾ ਚਾਹੁੰਦਾ ਹੈ ਤਾਂ ਮੈਨੂੰ ਮੈਸੇਜ ਕਰ ਦੇਵੇ ਪਰਸਨਲੀ। ਮੈਂ ਗਰੁੱਪਸ ਵਿੱਚ ਐਡ ਕਰ ਦਾਂਗਾ ਜਿਹਦੇ ਵਿੱਚ ਤੁਹਾਨੂੰ ਰੈਗੂਲਰ ਅਸਾਈਨਮੈਂਟਸ ਆਉਂਦੀਆਂ ਰਹਿੰਦੀਆਂ ਨੇ। ਹੁਣ ਇਹ ਅਕਾਊਂਟਿੰਗ ਇਕੁਏਸ਼ਨ ਦੀ ਵੀ ਅਸਾਈਨਮੈਂਟਸ ਜਿਹੜੀ ਮੈਂ ਤੁਹਾਨੂੰ ਸੈਂਡ ਕਰਾਂਗਾ ਇਹ ਤੁਸੀਂ ਕਰਕੇ ਮੈਨੂੰ ਮੇਰੇ ਪਰਸਨਲ ਨੰਬਰ ਤੇ ਭੇਜਣੀ ਹੈ ਜਾਂ ਉਹਨਾਂ ਗਰੁੱਪਸ ਵਿੱਚ ਸੈਂਡ ਕਰਨੀ ਹੈ ਜਿਹੜੇ ਗਰੁੱਪਸ ਆਪਾਂ ਬਣਾਏ ਹੋਏ ਨੇ। ਠੀਕ ਹੈ ਬੱਚੇ। ਥੈਂਕ ਯੂ।